सुमत श्री हर राय नमो कर नमो कर श्री हर कृष्ण मनाए श्री हर कृष्ण मनाए तेग बहादुर परम कृपाला श्री गुरु गोबिंद सिंह तरा कर पुन जीवन पान बंदा बार बार जग जिसमें अमृत ज्ञान है श्री गुरु ग्रंथ साहिब उदद बंदो कर अनुराग कंकारा सतगुरु प्रसाद सच होए वाहिगुरु जी की फतेह विघ्न विनाशन सोए वाहिगुरु जी की फतेह विघ्न विनाशन सोए सतनाम श्री वाहिगुरु साहिब जी जतन तीर कित पायत नाही भयो प्रवाह कटी के माई आस कै गमने अपन निकिता तेज मूर्ख दुष्ट अचिता जतन तीर कित पायत नाई बहेओ प्रवाह कटी के माई आस कह गमने अपन निकिता तेज मूर्ख दुष्ट अचिता वाहिगुरु जी का खालसा वाहिगुरु जी की फतेह। जुगो जुग अटल चवर छत्र तख्त दे मालिक साहिब श्री गुरु ग्रंथ साहिब महाराज जी पावन पवित्र गोदी अंदर आप गुरु संगतां श्रद्धा भावना दे नाल जुड़ मिल बैठे हो। संध्या दे दीवान दी आरंभता हुई है। हर रोज़ दी तरह आप संगतां जीवन दीयां घड़ियां चो समा कढ़ के अपनी जिंदगी नूं लेखे ला रहे हो। कबीर साहब जियां दा फरमान है, कबीर एक करी आदि हो ते आद भगतन सेती गोष्ठी जो कीने सो लाभ। कहंदे रब दी बंदगी जिहड़े सवास निकल गए वो रब दी बारगाह च प्रवान होए। बाकी जिहड़े सवास धंधा कम्मां धंधियां विच दुनियावी गल्लां च गुजर गए वो समझ लो कीचड़ आटा गिर पड़िया कशू ना आयो हाथ। कहंदे वो तां उस आटे दी तरह है जिहड़ा चिक्कड़ दे विच डिग पिया। ये भी कबीर साहब दे बचन हैं। कहंदे कमाई आई ते पत्थर दीयां चक्कियां हुंदियां सी पुराणियां, आटा पीण लग पई
ਤੇ ਆਟਾ ਪੀਂਦਿਆਂ ਪੀਂਦਿਆਂ 2 ਦਾਣੇ ਚੱਬ ਲਿਆ ਕਰੇ, 1 ਮੁੱਕ ਉਹ 'ਚ ਪਾ ਲਿਆ ਕਰੇ, ਫਿਰ 2 ਦਾਣੇ ਚੱਬ ਲਿਆ ਕਰੇ, 1 ਮੁੱਠ ਉਹ 'ਚ ਪਾ ਲਿਆ ਕਰੇ। ਤੋ ਕਬੀਰ ਸਾਹਿਬ ਜੀ ਨੇ ਸਾਰਾ ਨਕਸ਼ਾ ਵੇਖਿਆ। ਕਹਿੰਦੇ ਜਦੋਂ ਆਟਾ ਫਿਰ ਉਹ ਪੀਸ ਗਿਆ ਤੇ ਉਹ ਚੁੱਕ ਕੇ ਸਿਰ ਤੇ ਛਾਬਾ ਤੁਰੀ ਤੇ ਪੈਰ ਤਿਲਕ ਗਿਆ, ਚਿੱਕੜ ਸੀ ਤੇ ਉਹ ਜਿਹੜਾ ਆਟਾ ਸੀ ਉਹ ਪਾਣੀ ਦੇ ਵਿੱਚ ਡਿੱਗ ਪਿਆ। ਤੇ ਕਬੀਰ ਸਾਹਿਬ ਜੀ ਹੱਸੇ ਤੇ ਉਹ ਮਾਂ ਕਹਿਣ ਲੱਗੀ, ਕਬੀਰ ਮੇਰਾ ਨੁਕਸਾਨ ਹੋਇਆ ਤੇ ਤੂੰ ਹੱਸਦਾ ਏ? ਕਬੀਰ ਸਾਹਿਬ ਕਹਿੰਦੇ, ਮਾਂ ਮੈਂ ਤੇਰੇ ਤੋਂ ਨਹੀਂ ਹੱਸਿਆ, ਮੈਂ ਤਾਂ ਰੱਬ ਦੀ ਇੱਕ ਬੜੀ ਪਿਆਰੀ ਖੇਡ ਵੇਖੀ ਆ 20-25 ਮਿੰਟ 'ਚ, ਜਿਹੜੀ ਸਾਰੀ ਸ੍ਰਿਸ਼ਟੀ ਨੂੰ ਦੱਸਾਂਗਾ। ਉਹ ਸ਼ਲੋਕ ਉਚਾਰਿਆ, ਕਬੀਰ ਕੀਚੜ ਆਟਾ ਗਿਰ ਪਰਿਆ, ਕਿਛੂ ਨਾ ਆਇਓ ਹਾਥ, ਪੀਸਤ ਪੀਸਤ ਜਾਬਿਆ, ਸੋਈ ਨਿਦਿਆ ਸਾਥ। ਕਹਿਣ ਲੱਗੇ, ਮਾਂ ਜਿੰਨੇ ਕੁ ਦਾਣੇ ਤੂੰ ਚੱਬ ਲਏ ਸੀ ਨਾ ਉਹ ਤੇਰੇ ਅੰਦਰ ਚਲੇ ਗਏ। ਹੁਣ ਬਾਕੀ ਜਿਹੜਾ ਚਿੱਕੜ 'ਚ ਡੁੱਲ ਗਿਆ, ਤੇ ਆਟਾ ਇਦਾਂ ਦੀ ਚੀਜ਼ ਹੈ, ਇਹਨੂੰ ਇਕੱਠਾ ਕਰਨਾ, ਆਟੇ ਦੇ ਵਿੱਚੋਂ ਚਿੱਕੜ 'ਚੋਂ ਆਟਾ ਵੱਖਰਾ, ਇਹਦੇ ਅੰਦਰੂਨੀ ਅਰਥ ਇਹ, ਤੇ ਸਾਖੀ ਮੈਂ ਆਪ ਜੀ ਨੂੰ ਬਣਾ ਕੇ ਸੁਣਾਈ ਹੈ। ਅੰਦਰੂਨੀ ਅਰਥ ਇਹਦੇ ਇਹ ਹੈ ਵੀ ਸਵਾਸਾਂ ਰੂਪੀ ਦਾਣੇ ਜ਼ਿੰਦਗੀ ਦੀ ਚੱਕੀ ਨੇ ਪੀਣੇ ਹੈ। ਹੁਣ ਉਹ ਤੁਹਾਡੇ ਤੇ ਡਿਪੈਂਡ ਹੈ ਵੀ ਜਿੰਨੇ ਤੁਹਾਡੇ ਸਵਾਸ ਗੁਰੂ ਦੀ ਹਜ਼ੂਰੀ ਵਿੱਚ ਪਾਠ ਕਰਦਿਆਂ ਸਿਮਰਨ ਕਰਦਿਆਂ ਨਿਕਲ ਗਏ, ਉਹ ਲਾਹੇ ਦੇ ਹੈ। ਬਾਕੀ ਜਿਹੜੀ ਜ਼ਿੰਦਗੀ ਚਿੱਕੜ ਹੈ, ਜਿਹਦੇ ਵਿੱਚ ਘਰ ਵਾਲੀ, ਬੱਚੇ, ਰਿਸ਼ਤੇਦਾਰ, ਝੂਠ, ਨਿੰਦਿਆ, ਚੁਗਲੀ, ਇਹ ਸਾਰਾ ਚਿੱਕੜ ਹੈ, ਜਿਹਨੂੰ ਪੰਚਮ ਗੁਰਦੇਵ ਕਹਿੰਦੇ, ਤਿਤ ਸਰਵਰੜੈ ਭਈਲੇ ਨਿਵਾਸਾ ਪਾਣੀ ਪਾਵਕ ਤਿਨ ਕੀਆ। ਮਹਾਰਾਜ ਕਬੀਰ ਸਾਹਿਬ ਕਹਿੰਦੇ, ਮਾਂ ਤੇਰੇ ਆਟੇ ਤੋਂ ਨਹੀਂ ਮੈਂ ਹੱਸਿਆ, ਮੈਨੂੰ ਤਾਂ ਗਿਆਨ ਦੀ ਗੱਲ ਮਿਲ ਗਈ ਵੀ ਜਿਹੜੇ ਚੱਬੇ ਹੋਏ ਉਹ ਅੰਦਰ ਚਲੇ ਗਏ, ਬਾਕੀ ਚਿੱਕੜ 'ਚ ਜਿਹੜੇ ਸਵਾਸ ਸਿਮਰਨ ਵਿੱਚ ਗੁਜ਼ਾਰੇ ਹੈ ਉਹ ਆਪਣੇ ਟਿਕਾਣੇ ਲੱਗ ਗਏ, ਤੇ ਬਾਕੀ ਅਜਾਈ ਚਲੇ ਗਏ। ਆਓ ਸਾਧ ਸੰਗਤ ਗੁਰ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਵੀ ਸਵਾਸਾਂ ਦੀ ਪੂੰਜੀ ਸਫਲੀ ਕਰੀਏ ਜੀ। ਵਾਹਿਗੁਰੂ 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 Guru
ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਬਿਨ ਨਾਵੈ ਜਗ ਕਮਲਾ ਫਿਰੈ। 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 ਗੁਰਮੁਖ ਨਦਰੀ ਆਇਆ। 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 ਬਿਨ ਨਾਵੈ ਬਿਨ ਨਾਵੈ। ਬਿਨ ਨਾਵੈ ਬਿਨ ਨਾਵੈ। ਜਗ ਕਮਲਾ ਫਿਰੈ। 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 ਧੰਨ ਸੱਚੇ ਪਾਤਸ਼ਾਹ। ਮਹਾਰਾਜ ਕਹਿੰਦੇ ਨਾਮ ਤੋਂ ਬਿਨਾ ਦੁਨੀਆ ਕਮਲੀ ਹੈ। ਕਮਲਾ ਉਹਨੂੰ ਕਹਿੰਦਾ ਜਿਹਦੇ ਦਿਮਾਗ 'ਚ ਫਰਕ ਪੈ ਜੇ, ਤੇ ਜਿਹਦਾ ਦਿਮਾਗ ਹਿੱਲ ਜੇ ਤੇ ਉਹ ਫਿਰ ਇੱਦਾਂ ਹੀ ਤੁਰਿਆ ਫਿਰਦਾ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਨਾਮ ਭੁੱਲ ਗਿਆ, ਜਿਨ੍ਹਾਂ ਨੂੰ ਸਿਮਰਨ ਭੁੱਲ ਗਿਆ, ਉਹ ਤਾਂ ਕਮਲਿਆਂ ਵਾਂਗੂ ਫਿਰਦੇ ਆ। ਵੀ ਕਮਲੇ ਬੰਦੇ ਨੂੰ ਕੋਈ ਪਤਾ ਨਹੀਂ ਲੱਗਦਾ ਕਿ ਮੇਰਾ ਘਰ ਕਿਹੜਾ, ਬਾਹਰ ਕਿਹੜਾ, ਮੈਂ ਕਿੱਥੇ ਸੌਣਾ, ਕੀ ਖਾਣਾ, ਕਿੱਥੇ ਬਹਿਣਾ। ਇਸ ਤਰ੍ਹਾਂ ਮੇਰੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਦੇ ਹੈ। ਤੇ ਸੱਚੀ ਗੱਲ ਹੈ, ਜਿਨ੍ਹਾਂ ਨੂੰ ਗੁਰੂ ਨੇ ਲੜ ਲਾ ਲਿਆ, ਜ਼ਿੰਦਗੀ ਇੱਥੇ ਮਿਲਦੀ, ਪਤਾ ਇੱਥੇ ਆ ਕੇ ਲੱਗਦਾ ਸੰਗਤ ਵਿੱਚ ਵੀ ਕੌਣ ਆ ਆਪਾਂ, ਕਿੱਥੋਂ ਆਏ ਆ, ਕੀ ਲੈਣ ਆਏ ਆ। ਨਹੀਂ ਤੇ ਸੱਚੀ ਬੰਦਾ ਕਮਲਿਆਂ ਵਾਂਗੂ ਮਿੱਟੀ 'ਚ ਹੀ ਰੁਲ ਜਾਂਦਾ। ਕਈ ਰੂਹਾਂ ਇੱਦਾਂ ਦੀਆਂ ਧੰਦੇ ਕਰ ਕਰਕੇ ਧੰਦੇ 'ਚ ਹੀ ਮੁੱਕ ਗਏ। ਨਾ ਕਦੇ ਮੱਥਾ ਟੇਕਿਆ, ਨਾ ਸਿਮਰਨ ਕੀਤਾ, ਨਾ ਸੇਵਾ ਕੀਤੀ, ਨਾ ਕਿਤੇ ਦਰਸ਼ਨ ਹੀ ਕੀਤੇ। ਸਾਰੀ ਜ਼ਿੰਦਗੀ ਕੰਮ 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 ਕੰਮ, ਤੇ ਕੰਮ 'ਚ ਹੀ ਮੁੱਕ ਗਏ। ਜਿਹਨੂੰ ਬਾਣੀ ਕਹਿੰਦੀ ਧੰਦਾ ਕਰਤਾ ਰਹਿ ਗਿਆ, ਬਾਹਰ ਭਈ ਨਾ ਬੰਬ। ਤੋ ਕਹਿੰਦੇ ਧੰਦੇ ਦੇ ਵਿੱਚ ਹੀ ਮੁੱਕ ਗਿਆ। ਪਤਾ ਹੀ ਨਹੀਂ ਲੱਗਾ ਕੀ ਲੈਣ ਆਇਆ ਸੀ ਦੁਨੀਆ ਤੇ, ਕੀ ਕਰਨਾ ਸੀ।
ਇਸ ਕਰਕੇ ਸ਼ੁਕਰ ਕਰੋ ਸੰਗਤ ਜੀ, ਸ਼ੁਕਰ ਹੈ ਸਤਿਗੁਰੂ ਨੇ ਆਪਾਂ ਨੂੰ ਸੋਝੀ ਦਿੱਤੀ। ਗੁਰਬਾਣੀ ਇਸ ਜੱਗ ਮੈਂ ਚਾਨਣ, ਤੇ ਜਦੋਂ ਲਾਈਟ ਦੇ ਅੱਗੇ ਚਾਨਣ ਹੋਵੇ ਨਾ, ਰਸਤਾ ਦੀਦਾ ਰਹਿੰਦਾ। ਲਾਈਟ ਖਰਾਬ ਹੋ ਜੇ, ਰਸਤਾ ਦਿਸਣੋਂ ਹਟ ਜਾਂਦਾ ਏ। ਇਸੇ ਤਰ੍ਹਾਂ ਜਿਨ੍ਹਾਂ ਸੰਗਤਾਂ ਕੋਲ ਕਥਾ ਕੀਰਤਨ ਨਿਤਨੇਮ ਸਿਮਰਨ, ਉਹਨਾਂ ਨੂੰ ਮਹਾਰਾਜ ਰਸਤਾ ਦਿਖਾਉਂਦੇ ਕਿ ਭਾਈ ਤੂੰ ਕੌਣ ਹੈ, ਕਿੱਥੋਂ ਆਇਆ, ਕਿੱਧਰ ਨੂੰ ਜਾਣਾ ਈ। ਇਸ ਕਰਕੇ ਜਿਨ੍ਹਾਂ ਦੀਆਂ ਲਾਈਟਾਂ ਬੁਝ ਗਈਆਂ ਉਹਨਾਂ ਤੇ ਫਿਰ ਹਨੇਰੇ 'ਚ ਹੀ ਡਿੱਗਣਾ। ਤੋ ਇਸ ਕਰਕੇ ਸ਼ੁਕਰਾਨਾ ਕਰਿਆ ਕਰੋ। ਮਹਾਰਾਜ ਕੋਈ ਇਨਸਾਨ ਆਪਣੇ ਕੋਲ ਨਹੀਂ ਬਿਠਾਉਂਦਾ, ਤੂੰ ਕੀ ਤਰਸ ਕਰਕੇ ਸਾਨੂੰ ਆਪਣੇ ਕੋਲ ਬਿਠਾਉਣਾ ਕੀਤਾ ਹੈ। ਵਾਹਿਗੁਰੂ ਸਾਹਿਬ ਜੀ। ਜਤਨ ਤੀਰ ਕੇ ਪਵਤ ਨਾਹੀ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ। ਕੱਲ ਇੱਥੋਂ ਤੱਕ ਆਪ ਜੀ ਨੇ ਸੁਣਿਆ ਸੀ ਕਿ ਭਾਈਆ ਜੈ ਰਾਮ ਜੀ ਦਾ ਹਿਰਦਾ ਕਮਲ ਦੇ ਫੁੱਲ ਵਰਗੂ ਖਿੜਿਆ ਸੀ। ਭਾਵ ਇੰਨਾ ਖੁਸ਼ ਸੀ, ਆਨੰਦ ਸੀ। ਕਈ ਵਾਰੀ ਆਪਾਂ ਨੂੰ ਵੀ ਸਵੇਰੇ ਨਿਤਨੇਮ ਕੀਤਾ, ਚੜ੍ਹਦੀ ਕਲਾ ਦੇ ਵਿੱਚ ਆਨੰਦ ਆਇਆ ਹੁੰਦਾ, ਕੋਈ ਰੂਹ ਇੱਦਾਂ ਦੀ ਮਿਲਦੀ ਉਹ ਰਸ ਖਰਾਬ ਕਰ ਦਿੰਦੀ। ਤੋ ਇਸ ਕਰਕੇ ਮਹਾਰਾਜ ਜੀ ਬਾਣੀ 'ਚ ਕਹਿੰਦੇ ਸਾਖਤ ਸੰਗ ਨਾ ਕੀਜੀਐ ਦੂਰੈ ਜਾਈਐ, ਕਿਉਂਕਿ ਕਾਲੋਂ ਦੇ ਕੋਲੋਂ ਲੰਘਾਂਗੇ ਤੇ ਕੱਪੜੇ ਗੰਦੇ ਹੋਣਗੇ, ਕੰਡਿਆਂ 'ਚੋਂ ਲੰਘਾਂਗੇ ਤੇ ਸੂਲਾਂ ਚੁਭਣਗੀਆਂ, ਮਾੜੀ ਸੰਗਤ ਕਰਾਂਗੇ ਤੇ ਰੱਬ ਨਾਲੋਂ। ਤੇ ਅੱਜ ਆਪਣੇ ਬੱਚੇ ਮਾੜੀ ਸੰਗਤ ਕਰਕੇ ਹੀ, ਮੇਰੇ ਵੇਂਦਿਆਂ ਵੇਂਦਿਆਂ ਸਾਧ ਸੰਗਤ ਐਡੇ ਵੱਡੇ ਜੂੜੇ ਸੀ, ਐਡੇ ਵੱਡੇ। ਮਾਂ ਨੇ ਕਿੱਦਾਂ ਮੀਡੀਆਂ ਕਰ ਕਰਕੇ ਚਾਵਾਂ ਨਾਲ ਵਿਚਾਰੀ ਬਾਹਾਂ ਥੱਕ ਜਾਂਦੀਆਂ ਜੀ, ਸੌਖਾ ਨਹੀਂ। ਤੇ ਸੰਗਤ ਇੱਦਾਂ ਦੀ ਮਿਲ ਗਈ ਵੀ ਉਹ ਨਾਲ ਦੇ ਕਹਿੰਦੇ ਤੂੰ ਵੀ ਪੱਗ ਜੀ ਬੰਨੀ ਫਿਰਦਾ, ਛੱਡ ਪਰੇ ਇਹਨੂੰ, ਤੇਲ ਲਾ ਕੇ ਵਾਹ ਕੇ ਫੇਰ ਹੀ ਪੁੱਠੇ ਕੰਮ ਕਰਾਂਗੇ। ਤੋ ਇਸ ਕਰਕੇ ਸੰਗਤ ਜਿਹੜੀ ਵੱਡਿਆਂ ਵੱਡਿਆਂ ਨੂੰ ਡੁਲਾ ਦਿੰਦੀ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜਜਮਾਨ ਭਾਈਆ ਜੈ ਰਾਮ ਜੀ ਨੂੰ ਮਾੜੇ ਬੰਦਿਆਂ ਨੇ ਸੰਗਤ ਦਿੱਤੀ। ਤੇ ਕਵੀ ਜੀ ਕਹਿੰਦੇ ਹਨ ਕਿ ਕਮਲ ਕੋਮਲੰ ਮਨ ਜੈ ਰਾਮੂ, ਉਖਰਿਓ ਧੀਰਜ ਮੂਲ ਅਥਾਮੂ। ਕਹਿੰਦੇ ਭਾਈਆ ਜੈ ਰਾਮ ਜੀ ਦਾ ਕੋਮਲ ਕਮਲ ਵਰਗਾ ਹਿਰਦਾ ਸੀ, ਤੇ ਇਹਨਾਂ ਸਾਖਤਾਂ ਨੇ ਸੂਈਆਂ ਦੇ ਨਾਲ ਵਿੰਨ ਦਿੱਤਾ। ਭਾਵ ਕਈ ਵਾਰੀ ਕੋਈ ਕਿਸੇ ਨੂੰ ਦਿਲੋਂ ਇੰਨਾ ਪਿਆਰ ਕਰਦਾ ਹੁੰਦਾ, ਪਰ ਜਿਹੜੇ ਨਿੰਦਕ ਚੁਗਲ ਹੁੰਦੇ ਉਹ ਇੰਨੀ ਕੁ ਨਫ਼ਰਤ ਭਰ ਦਿੰਦੇ, ਰਿਸ਼ਤਿਆਂ 'ਚ ਵੀ ਬੰਦਾ ਟੁੱਟ ਜਾਂਦਾ। ਐਜਾ ਇੱਦਾਂ ਹੀ ਹੈ ਅੱਜ ਵੀ। ਮੰਨ ਲਓ ਕਈ ਭੈਣ ਭਰਾ, ਰਿਸ਼ਤੇਦਾਰ, ਸੱਜਣ ਮਿੱਤਰ ਕੋਈ ਦਿਲੋਂ ਕਰਦਾ ਹੁੰਦਾ, ਤੇ ਜਿਹੜੀ ਨਿੰਦਿਆ ਚੁਗਲੀ ਹੁੰਦੀ ਉਹ ਇੱਦਾਂ ਦੀ ਵੀ ਤੁਸੀਂ ਇਹਨੂੰ ਨਾ ਬੁਲਾਓ, ਵਾਹਿਗੁਰੂ ਇਹਦੇ ਨਾ ਘਰ ਜਾਓ, ਇਹ ਬੰਦਾ ਮਾੜਾ ਏ। ਉਹ ਪਿਆਰ ਦੇ ਵਿੱਚ ਦੁਬਦਾ ਪੈ ਜਾਂਦੀ, ਚਾਹ ਦੇ ਵਿੱਚ ਮੱਖੀ ਪੈ ਗਈ ਸਮਝ ਲਓ। ਇੰਨੀ ਰੀਝ ਨਾਲ ਚਾਹ ਬਣਾਈ ਸੀ, ਘਰ ਵਾਲੇ ਨੇ ਲਾਚੀ ਪਾਈ, ਸੌਂਫ ਪਾਈ, ਜਵੈਣ ਪਾਈ, ਮਗਜ ਜੋ ਵਗੈਰਾ ਵਗੈਰਾ, ਤੇ ਰੂਹ ਨਾ ਪਰ ਵਿਚਾਰਾ ਲਿਆਇਆ ਤੇ ਉਹ ਟੇਬਲ ਤੇ ਰੱਖੀ, ਜਾਂ ਤਾਂ ਉਦੋਂ ਹੀ ਪਕੜ ਲੈਂਦਾ। ਉਹ ਮੱਖੀ ਪੈਣ ਦਾ ਕਾਰਨ ਕੀ ਬਣਿਆ, ਗੱਲੀਂ ਲੱਗ ਗਿਆ। ਹਾਂਜੀ, ਹੁਣ ਇੱਥੋਂ ਇਹਨੂੰ ਅੰਦਰੂਨੀ ਅਰਥ ਸਮਝਿਓ ਵੀ ਜਿੱਦਾਂ ਚਾਹ ਇੰਨੀ ਰੂਹ ਨਾਲ ਬਣਾਈ ਤੇ ਵਿੱਚ ਮੱਖੀ ਪੈ ਜੇ ਤੇ ਰੋੜਨੀ ਪੈਂਦੀ ਆ ਨਾ। ਹੁਣ ਚਾਹ ਦਾ ਕਸੂਰ ਨਹੀਂ, ਦੁੱਧ ਦਾ ਕਸੂਰ ਨਹੀਂ, ਪਿਆਰ ਦਾ ਕਸੂਰ ਨਹੀਂ, ਕਸੂਰ ਮੱਖੀ ਦਾ। ਉਹ ਆ ਕੇ ਵਿੱਚ ਡਿੱਗ ਪਈ। ਇੱਦਾਂ ਹੀ ਰਿਸ਼ਤੇ ਜਦੋਂ ਟੁੱਟਦੇ ਆ, ਉਹਦੇ ਵਿੱਚ ਜਦੋਂ ਮੱਖੀ ਰੂਪੀ ਨਿੰਦਕ ਆ ਕੇ ਦੋ ਰਿਸ਼ਤਿਆਂ 'ਚ ਪੈਂਦਾ, ਉਹ ਤੋੜ ਦਿੰਦਾ। ਇਸ ਤਰ੍ਹਾਂ ਹੀ ਅੱਜ ਹੁਣ ਸਿੰਗਰਾਂ ਨੇ, ਮੀਡੀਆ ਨੇ, ਗਲਤਾਨ ਫਿਲਮਾਂ ਨੇ ਵਿੱਚ ਆ ਕਰਕੇ ਸਾਡੇ ਬੱਚਿਆਂ ਤੋਂ ਨਿਤਨੇਮ ਖੋਲਿਆ, ਸਾਡੇ ਬੱਚਿਆਂ ਤੋਂ ਦਸਤਾਰਾਂ ਖੋਲੀਆਂ, ਸਾਡੇ ਬੱਚਿਆਂ ਤੋਂ ਜਕਾਰੇ ਖੋਲੇ, ਸਾਡੇ ਬੱਚਿਆਂ ਤੋਂ ਗੁਰਬਾਣੀ ਤੇ ਬਾਣਾ ਖੋਲਿਆ। ਬਸ ਇਸੇ ਕਰਕੇ ਸਾਧ ਸੰਗਤ ਜੀ ਮਹਾਰਾਜ ਕਹਿੰਦੇ ਐ, ਸੰਗਤ ਕਰੀਐ ਸਾਧ ਕੀ ਅੰਤ ਕਰੇ ਨਿਰਵਾਹ। ਸੰਗਤ ਸਾਧੂ ਦੀ ਕਰਿਆ ਕਰੋ, ਮਾੜੀ ਸੰਗਤ ਨਹੀਂ। ਤੋ ਇਸ ਕਰਕੇ ਮਹਾਰਾਜ ਸਾਡੇ ਪੁਰਾਣੇ ਬਜ਼ੁਰਗ ਧਾਰਨਾ ਪੜ੍ਹਦੇ ਸੀ, ਚੰਗੀ ਸੰਗਤ ਤਾਰਦੀ ਹੈ, ਮਾੜੀ ਸੰਗਤ ਡੋਬਦੀ ਬੇੜੇ। ਤੋ ਇਹਨਾਂ ਸ਼ਬਦਾਂ ਦੇ ਨਾਲ ਘਰ 'ਚ ਕਿਤੇ ਰੌਣਕ ਸੀ। ਹੁਣ ਕੌਣ ਪੜ੍ਹਦਾ? ਹੁਣ ਤੇ ਜੇ ਕੋਈ ਪੜ੍ਹਦਾ ਉਹਨੂੰ ਵੀ ਕਹਿੰਦੇ ਨਹੀਂ ਨਹੀਂ ਤੂੰ ਨਹੀਂ ਇਹ ਪੜ੍ਹਨਾ, ਇਹ ਤੇ ਕੱਚੀ ਬਾਣੀ ਆ। ਤੇ ਆ ਜਿਹੜੀ ਹੁਣ ਘਰਾਂ 'ਚ ਲਾ ਲਈ ਆਪਾਂ, ਇਹ ਸੱਚੀ ਹੈ?
ਵੀ 24 ਘੰਟੇ ਨੱਚੀ ਟੱਪੀ ਜਾਂਦੇ ਐ, ਇਹ ਤੇ ਕੋਈ ਨਹੀਂ ਬੋਲਦਾ। ਕੋਈ ਮਹਾਰਾਜ ਦੀ ਧਾਰਨਾ ਪੜ੍ਹ ਲੈਂਦਾ ਸੀ। ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਤੋਂ ਵੱਧ ਤਾਂ ਨਹੀਂ ਸੀ ਕੋਈ ਗਿਆਨ ਵਿੱਚ, ਜਿੰਨੀ ਮਹਾਂਪੁਰਖਾਂ ਨੂੰ ਸੋਝੀ ਸੀ। ਮਹਾਂਪੁਰਖਾਂ ਦੀਆਂ ਵੀਡੀਓ ਪਈਆਂ, ਮਹਾਂਪੁਰਖ ਵੀ ਧਾਰਨਾ ਪੜ੍ਹਦੇ ਰਹੇ। ਹਜੇ ਦਮਦਮੀ ਟਕਸਾਲ ਬਾਬਾ ਦੀਪ ਸਿੰਘ ਦੀ ਵਰਸਾਈ ਹੋਈ ਹੈ। ਬਾਬਾ ਦੀਪ ਸਿੰਘ ਉਹ ਵਿਦਿਆਰਥੀ ਸੀ ਜਿਹਨੂੰ ਗੁਰੂ ਗੋਬਿੰਦ ਸਿੰਘ ਬਾਪੂ ਨੇ ਆਪਣੀ ਗੋਦੀ 'ਚ ਬਹਿ ਕੇ ਸਿਖਾਇਆ ਸੀ। ਇਸ ਕਰਕੇ ਅਸੀਂ ਕੱਚੀ ਬਾਣੀ ਕਹਿੰਦੇ। ਕੱਚੀ ਉਹ ਹੁੰਦੀ ਜਿਹੜੀ ਮਾੜੇ ਪਾਸੇ ਲਾਵੇ, ਜਿਹੜੀ ਤੁਹਾਨੂੰ ਟੇਢੇ ਮੇਢੇ ਪਾਸੇ ਜੋੜੇ। ਜਿੱਦਾਂ ਡੀਜੇ ਹੋ ਗਏ, ਗੰਦੇ ਬੋਲੀਆਂ ਹੋ ਗਈਆਂ, ਗੀਤ ਕਿਸੇ ਦੇ ਲਿਖੇ ਹੋਏ, ਇਹ ਕੱਚੀ ਹੈ ਨਾ। ਤੋ ਇਸ ਕਰਕੇ ਬਾਬਾ ਬੁੱਢਾ ਜੀ ਧਾਰਨਾ ਪੜ੍ਹ ਕੇ ਸੰਗਤ ਲੈ ਕੇ ਉੱਥੇ ਗਏ ਸਨ ਗਵਾਲੀਅਰ ਦੇ ਕਿਲੇ 'ਚ। ਤੋ ਇਸ ਕਰਕੇ ਮਹਾਰਾਜ ਸਾਡੇ ਬਜ਼ੁਰਗਾਂ ਅਨਪੜ੍ਹ ਸੀ, ਉਹਨਾਂ ਨੂੰ ਬਾਣੀ ਨਹੀਂ ਸੀ ਆਉਂਦੀ, ਪਰ ਉਹ ਇੱਦਾਂ ਪੜ੍ਹ ਲੈਂਦੇ ਸੀ ਸ਼ਬਦ ਬਣਾ ਕੇ ਜੋੜ ਕੇ। ਤੋ ਪ੍ਰੇਮ ਦੇ ਵਿੱਚ ਆ ਗਿਆ। ਤੋ ਇਸ ਤਰ੍ਹਾਂ ਕਰਕੇ ਕਹਿੰਦੇ ਇੰਨਾ ਹਿਰਦਾ ਟਿਕਿਆ ਸੀ ਭਾਈਆ ਜੈ ਰਾਮ ਜੀ ਦਾ। ਵਾਹਿਗੁਰੂ 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 ਸਤਿਨਾਮ। ਕਮਲ ਦੇ ਫੁੱਲ ਵਗੂ ਐਨ ਕੋਮਲ ਸੀ ਤੇ ਮਹਿਕ ਆ ਰਹੀ ਸੀ। ਕਹਿੰਦੇ ਸਾਕ ਧਾਏ ਚੱਲ ਕੇ ਉਖਰਿਓ ਧੀਰਜ ਮੂਲ ਅਥਾਮੂ। ਸਾਰੇ ਦਾ ਸਾਰਾ ਰਸ ਹੀ ਜਿਵੇਂ ਕੋਈ ਬਾਲਟੀ ਰੋੜ ਗਿਆ ਹੋਵੇ ਨਾ, ਇਸ ਤਰ੍ਹਾਂ ਕਹਿੰਦੇ ਉਹਨਾਂ ਨੇ ਬਚਨ ਹੀ ਇੱਦਾਂ ਦੇ ਕੀਤੇ ਹਨ ਤੇ ਮਨ ਦੇ ਵਿੱਚ ਦੁਬਿਧਾ ਪੈਦਾ ਹੋ ਗਈ ਹੈ। ਤੋ ਕਹਿੰਦੇ ਹਨ ਕਿ ਇਸ ਤਰ੍ਹਾਂ ਚੁੱਪ ਕਰਕੇ ਭਾਈਆ ਜੈ ਰਾਮ ਜੀ ਬੈਠ ਗਏ ਹਨ। ਔਰ ਕਹਿੰਦੇ ਹਨ ਕਿ ਨੀਵੀਂ ਪਾ ਲਈ ਹੈ। ਤੇ 15-20 ਮਿੰਟ ਪਹਿਲਾਂ ਕਿੰਨੇ ਖੁਸ਼ ਸੀ, ਆਨੰਦ ਹੀ ਆਨੰਦ ਸੀ, ਪਰ ਸਾਕਤ ਦੀ ਸੰਗਤ ਤੋਂ ਤਾਂ ਵਰਜਿਆ। ਕਬੀਰ ਸਾਹਿਬ ਜੀ ਨੇ ਇਹ ਬਚਨ ਕਹਿ ਵੀ ਦੂਰੈ ਜਾਈਐ ਭਾਗ। ਤੇ ਆਪਾਂ ਤੇ ਗਾਂਹ ਹੋ ਕੇ ਮਿਲਣੀ ਕਰਦੇ ਹਾਂ ਸਾਕਤਾਂ ਨਾਲ, ਉਹਨਾਂ ਨੂੰ ਘਰ 'ਚ ਲਿਆਉਣੇ, ਜਲ ਪਾਣੀ ਛਕਾਉਣੇ, ਫੋਟੋਆਂ ਖਿਚਾਉਣੇ, ਤੇ ਆਪਾਂ ਤੇ ਮਰਨਾ ਹੀ ਹੈ। ਬਾਣੀ ਕਹਿ ਰਹੀ ਵੀ ਵੇਖ ਕੇ ਭੱਜ ਜਾ, ਓਲੇ ਨਹੀਂ ਹੋਣਾ, ਭੱਜ ਜਾ ਸ਼ਬਦ ਹੈ ਵੀ ਸਾਕਤ ਸੰਗ ਨਾ ਕੀਜੀਏ। ਦੂਰ ਹੈ, ਦੂਰੋਂ ਵੇਖ ਲਾ ਵੀ ਉਹ ਤੁਰਿਆ ਆਉਂਦੇ ਆ ਤੇ ਉਹਨੂੰ ਵੇਖ ਕੇ ਭੱਜ ਜਾ। ਭੱਜ ਜਾ ਸ਼ਬਦ ਬਣੇ, ਦੌੜ ਲਾ ਦੇ, ਰੇਸ ਲਾ ਦੇ। ਤੇ ਆਪਾਂ ਨੂੰ ਤੇ ਚਾਅ ਚੜ੍ਹ ਜਾਂਦਾ ਵੀ ਸਾਕਤ ਘਰ 'ਚ ਆਵੇ ਤੇ ਲੋਕਾਂ ਦੀ ਮੈਲ ਧੋਈਏ। ਚਾਹ ਵੀ ਉਦੋਂ ਹੀ ਬਣਾਈਏ, ਬਹਿ ਜਾ ਭੈਣੇ ਮੇਰਾ ਵੀਰਾ 2 ਮਿੰਟ ਰੋਕ ਕੇ ਜਾਈ, ਹੁਣ ਮਸਾਂ ਤੇ ਆਏ ਤੁਸੀਂ। ਇਹ ਬਾਣੀ ਸੱਚੀ ਹੈ, ਹੁਣ ਇਹ ਨਾ ਕਹਿ ਦਿਓ ਬਾਬਾ ਜੀ ਤਵਾ ਲਾ ਦਿੰਦੇ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਦੇ ਦਾਤੇ ਹੈ। ਕਬੀਰ ਸਾਹਿਬ ਜੀ ਨੂੰ ਤਾਂ ਕਹਿਣਾ ਪਿਆ, ਉਹਦਾ ਤਜਰਬਾ ਸੀ। ਕਹਿੰਦੇ ਮਾੜੀ ਬੰਦੇ ਦੀ ਸੰਗਤ ਵੇਖੋ, ਉਹਨੂੰ ਵੇਖ ਕੇ ਲੁਕ ਜਿਆ ਕਰੋ। ਤੇ ਆਪਾਂ ਤੇ ਅੱਜ ਚਾਰੇ ਪਾਸੇ ਮਿਲਣੀਆਂ ਕਰਨ ਦੇ ਉਹਨਾਂ ਨਾਲ ਫੋਟੋਆਂ ਖਿਚਾਉਣ ਦੇ, ਤੇ ਆਪਣੀ ਜੀਵਨ ਚਿਰ ਕਿੱਥੋਂ ਰਸ ਰਹਿਣਾ। ਕਲਯੁਗ ਦਾ ਜ਼ੋਰ ਪੈ ਗਿਆ ਹੈ। ਧਾਰਮਿਕ, ਸਮਾਜਿਕ, ਰਾਜਨੀਤਿਕ ਜੀਵਨ ਸਾਰੇ ਦਾ ਸਾਰਾ ਹੀ ਵਿਗੜ ਚੁੱਕਾ ਹੈ। ਤੋ ਮਹਾਰਾਜ ਜੀ ਦੇ ਜਜਮਾਨ ਪਿਆਰੇ ਜੀ ਰੱਬੀ ਆਤਮਾ ਜੈ ਰਾਮ ਜੀ ਨੂੰ, ਹੱਸਦੇ ਨੂੰ, ਖੇਡਦੇ ਨੂੰ, ਰਸ ਨਾ ਭਰੇ ਨੂੰ ਕਿਸੇ ਨੇ ਮਾਨੋ ਜਿਵੇਂ ਕਮਲ ਦੇ ਫੁੱਲ ਦੇ ਵਿੱਚ ਸੂਈਆਂ ਮਾਰਤੀਆਂ, ਉਹਨੂੰ ਮੁੱਠ ਦੇ ਵਿੱਚ ਐਨ ਮਲ ਦਿੱਤਾ ਹੋਵੇ। ਇਸ ਤਰ੍ਹਾਂ ਹਿਰਦਾ ਜਿਹੜਾ ਚਿੰਤਾ ਰੂਪੀ ਹੋ ਗਿਆ। ਕਹਿੰਦੇ ਹਨ ਕਿ ਜਿਹੜੇ ਮੂਰਖ ਲੋਕ, ਦੁਸ਼ਟ ਲੋਕ, ਅਚੇਤਾ, ਜਿਨ੍ਹਾਂ ਨੂੰ ਕਦੇ ਸਾਈਂ ਦਾ ਨਾਮ ਚੇਤੇ ਨਹੀਂ ਆਉਂਦਾ। ਤੇ ਕਹਿੰਦੇ ਨੀਵੀਂ ਧੌਣ ਕਰਕੇ ਭਾਈਆ ਜੈ ਰਾਮ ਜੀ, ਜਿਹੜੇ ਸਾਰਿਆਂ ਨੂੰ ਆਵਾਜ਼ਾਂ ਮਾਰ ਮਾਰ ਬੁਲਾਉਂਦੇ ਸੀ ਨਾ, ਚਾਅ ਕਰਦੇ ਸੀ, ਹੁਣ ਨੀਵੀਂ ਧੌਣ ਕਰਕੇ। ਸੰਗਤ ਦੀ 2 ਤਰੀਕੇ ਆ ਨੀਵੀਂ ਧੌਣ ਦੇ, ਜਾਂ ਤੇ ਰਸ ਆ ਰਿਹਾ ਬੰਦੇ ਨੂੰ ਤੇ ਜਾਂ ਟੈਨਸ਼ਨ ਹੈ। ਤੇ ਅੱਲਾ ਯਾਰ ਖਾਂ ਜੋਗੀ ਲਿਖਦਾ ਸ਼ੇਰ, ਕਹਿੰਦਾ ਵੀ ਚਮਕੌਰ ਦੀ ਗੜੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਕੁਝ ਲੇਟ ਗਏ ਜੀ ਪੋਸ਼ ਵਿਛਾ ਕਰ, ਕੁਝ ਪਹਿਰਾ ਦੇने लगे तलवार उठाकर, गोविंद भी शब बास हुए खैमे में जाकर, जब देखा तो बैठे हैं गर्दन को झुकाकर। ਕਹਿੰਦੇ ਗੁਰੂ ਗੋਬਿੰਦ ਸਿੰਘ ਦਾ ਚੌਂਕੜਾ ਮਾਰ ਕੇ ਤੇ ਸਿਰ ਨੀਵਾਂ ਕੀਤਾ,
ਤੇ ਕਹਿੰਦੇ ਕਾਠਾ ਸਿੰਘ ਤੇ ਮਦਨ ਸਿੰਘ ਪਹਿਰਾ ਕਰਦੇ ਚਮਕੌਰ ਦੀ ਗੜੀ ਦੀ ਰਾਤ, ਤੇ ਜਾ ਕੇ ਉਹਨਾਂ ਨੇ ਵੇਖਿਆ ਵੀ ਸਤਿਗੁਰੂ ਵਿਰਾਗ ਕਰ ਰਹੇ। ਹੁੰਦਾ ਹੀ ਹੈ ਜੀ, ਬਹੁਤ ਵੱਡਾ ਨੁਕਸਾਨ ਝੱਲਣਾ। ਤੋ ਕਹਿੰਦੇ ਜਦੋਂ ਲਾਗੇ ਹੋ ਕੇ ਵੇਖਿਆ ਤਾਂ ਜਬ ਦੇਖਾ ਤੋ ਬੈਠੇ ਹੈ ਗਰਦਨ ਕੋ ਝੁਕਾ ਕਰ, ਵਾਹਿਗੁਰੂ 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 ਮੁਖ ਸੇ ਨਿਕਲਤਾ ਥਾ। ਕਹਿੰਦੇ ਮੈਂ ਸੋਚਿਆ ਗੁਰੂ ਗੋਬਿੰਦ ਸਿੰਘ ਸੋਚਾਂ 'ਚ ਪਿਆ ਰੋਂਦਾ ਹੋਵੇਗਾ, ਜਦੋਂ ਲਾਗੇ ਜਾ ਕੇ ਵੇਖਿਆ ਤੇ ਮਹਾਰਾਜ ਸ਼ੁਕਰ ਕਰਨ ਦਾ ਭਾਵ ਬੰਦਗੀ 'ਚ ਦੋ ਚੀਜ਼ਾਂ 'ਚ ਸਿਰ ਝੁਕਦਾ, ਇੱਕ ਸਤਿਕਾਰ 'ਚ, ਇੱਕ ਸ਼ਰਮ ਦੇ ਨਾਲ। ਦੂਜਾ ਦੋ ਚੀਜ਼ਾਂ ਵਾਲਾ ਬੰਦਾ ਨੀਵੀਂ ਪਾ ਕੇ ਬੈਠਦਾ, ਜਾਂ ਤਾਂ ਰਸ ਆ ਰਿਹਾ ਤੇ ਜਾਂ ਕੋਈ ਪਰੇਸ਼ਾਨੀ ਹੈ। ਤੋ ਇੱਥੇ ਕਹਿੰਦੇ ਭਾਈਆ ਜੈ ਰਾਮ ਜੀ ਨੂੰ ਪਰੇਸ਼ਾਨ ਕਰ ਦਿੱਤਾ। ਵੈਸੈ ਸਦਨ ਨੀਵ ਕਰ ਗਰੀਵਾ, ਨੀਵੀਂ ਧੌਣ ਕਰਕੇ ਬੈਠੇ ਹਨ। ਬਣਿਓ ਚਿੰਤਾ ਕੀ ਸੀਵਾ, ਕਹਿੰਦੇ ਚਿੰਤਾ ਦੀ ਜਿਹੜੀ ਹੱਦ ਸੀ ਪਾਰ ਹੀ ਹੋ ਗਈ। ਭਾਵ ਇੰਨੀ ਛੇਤੀ ਸੰਗਤੇ, ਮਾੜੀ ਸੰਗਤ ਬਹੁਤ ਛੇਤੀ ਅਸਰ ਕਰਦੀ। ਤੁਹਾਨੂੰ ਪਤਾ ਵੀ ਦੁੱਧ ਦਾ ਪਤੀਲਾ ਭਰਿਆ ਹੋਵੇ ਨਾ, ਤੇ ਦੋ ਬੂੰਦਾਂ ਹੀ ਖੱਟੇ ਦੀਆਂ ਡਿੱਗ ਪੈਣ ਕਿਤੇ ਉੱਦਾਂ ਹੀ, ਉਸੇ ਵਕਤ ਹੀ ਸਾਰੇ ਦਾ ਸਾਰਾ ਹੀ ਗਿਆ। ਇਸ ਕਰਕੇ ਜਿਹੜੀ ਬੰਦਗੀ ਆ ਨਾ ਕਮਾਈ, ਇਹਨੂੰ ਕਰਦਿਆਂ ਬੜਾ ਟਾਈਮ ਲੱਗ ਜਾਂਦਾ, ਗਵਾਚਣ ਲੱਗਿਆਂ 1 ਸੈਕਿੰਡ। ਕਹਿੰਦੇ ਫਕੀਰਾ ਫਕੀਰੀ ਬੜੀ ਦੂਰ, ਜੈਸੇ ਉੱਚੀ ਲੰਮੀ ਖਜੂਰ, ਚੜ ਗਿਆ ਚੜ ਗਿਆ ਖਾਵੇਂਗਾ ਅਮਰ ਫਲ, ਡਿੱਗ ਪਿਆ ਤੇ ਚੱਕਣਾ। ਇਸੇ ਤਰ੍ਹਾਂ ਬੰਦਗੀ ਵਾਲਾ ਜੀਵਨ ਹੈ। ਕਈ ਵਾਰੀ ਬੰਦੇ ਨੇ 20 ਸਾਲ ਲਾਏ ਹੁੰਦੇ ਨਿਤਨੇਮ ਕਰ ਕਰਕੇ, ਝਾੜੂ ਫੇਰ ਕੇ ਸੰਗਤ ਵਿੱਚ ਇੱਦਾਂ ਦਾ ਕੋਈ ਮਿਲਦਾ 2 ਮਿੰਟਾਂ 'ਚ ਬਰਬਾਦ ਕਰ ਜਾਂਦਾ, ਬਰਬਾਦ ਕਰ ਜਾਂਦਾ। ਕਿਉਂਕਿ ਦਰਖਤ ਲਾਇਆ ਨਿੱਕਾ ਜਿਹਾ, ਤੇ ਉਹ 8-10 ਸਾਲਾਂ ਦੇ ਵਿੱਚ ਜਵਾਨ ਹੋਇਆ, ਉਹਨੂੰ ਫਲ ਲੱਗਾ, ਤੇ ਕੁਹਾੜੀ ਵਾਲੇ ਨੇ 15 ਕੁ ਮਿੰਟਾਂ 'ਚ ਥੱਲੇ ਡੇਗਤਾ। ਕਿਉਂਕਿ ਜਿਹੜਾ ਬੁਰਾ ਬੰਦਾ ਨਾ, ਬੁਰਾ ਮਿੰਟ ਹੀ ਲਾਉਂਦਾ, ਚੰਗਿਆਈ ਨੂੰ ਟਾਈਮ ਲੱਗਦਾ। ਹੁਣ ਘਰ ਬਣਾਉਣਾ ਹੋਵੇ ਤੇ ਬਣਾਉਣ ਲੱਗਿਆ ਜ਼ਿੰਦਗੀ ਲੱਗ ਜਾਂਦੀ, ਲੈ ਢਾਉਣਾ ਹੈ ਤੇ ਕਰੈਨ ਲੈ ਉਹ 2 ਘੰਟਿਆਂ 'ਚ ਥੱਲੇ ਸੁੱਟ ਦੂ। ਦੁਨਿਆਵੀ ਉਦਾਹਰਨ ਹੈ। ਜ਼ਿੰਦਗੀ ਵਿੱਚ ਬੰਦਗੀ ਲਿਆ ਕੇ ਉੱਚਾ ਚੁੱਕਣਾ ਬੜਾ ਔਖਾ। ਤਾਂ ਕਰਕੇ ਸਾਧ ਸੰਗਤ ਜੀ ਐਸੀ ਬਾਤ ਪਾ ਰਹੇ ਨੇ ਕਵੀ ਜੀ। ਕਹਿੰਦੇ ਹਨ ਕਿ ਇੰਨਾ ਛੇਤੀ ਅਸਰ ਕਰਦੀ ਬਰਿਆਈ, ਵੀ ਤੁਹਾਡੀ ਕੀਤੀ ਕਰਾਈ ਕਮਾਈ ਜਿਹੜੀ ਹੈ ਨਾ, ਹੁਣ ਮੰਨ ਲਓ ਫਸਲ ਪੱਕੀ ਹੋਵੇ ਤੇ ਉੱਤੋਂ ਆ ਜਾਣ ਗੜੇ, ਤੇ 6 ਮਹੀਨੇ ਲੱਗੇ ਤੇ ਗੜੇ ਅੱਧਾ ਘੰਟਾ ਹੀ ਪਏ ਤੇ ਖਤਮ ਕਰ ਗਏ। ਇਸ ਕਰਕੇ ਮਹਾਰਾਜ ਕਹਿੰਦੇ ਬਾਜਾ ਬਾਜਾ ਬਾਜਾ, ਤੇਰੀ ਜ਼ਿੰਦਗੀ ਦੀ ਫਸਲ ਹੁਣ ਪੱਕੀ ਆ, ਤੇ ਗੜੇ ਵੀ ਫਿਰਦੇ ਆ ਵਿਕਾਰਾਂ ਦੀ ਤੇਰੇ ਉੱਤੇ ਪੈਣ ਵਾਸਤੇ। ਹਾਂਜੀ ਇਸ ਦਿਨ ਬੀਤੇ ਗਿਣਤਿਓ ਗਿਣਤੀ, ਔਰ ਕਹਿੰਦੇ ਹਨ ਕਿ ਕੁਝ ਦਿਨ ਬੀਤ ਗਏ, ਵੀ ਸਾਰਾ ਦਿਨ ਭਾਈਆ ਜੈ ਰਾਮ ਨਾ ਚੰਗੀ ਤਰ੍ਹਾਂ ਛਕਦੇ, ਕੁਝ ਨਾ ਪੀਂਦੇ ਹੈ, ਨਾ ਪਹਿਲੀ ਤਰ੍ਹਾਂ ਬੋਲਦੇ। ਪਤਾ ਤੇ ਸੰਗਤੇ 2 ਘੰਟਿਆਂ 'ਚ ਲੱਗ ਜਾਂਦਾ। ਹੁਣ ਤੁਸੀਂ ਰੋਜ਼ ਆਪਾਂ ਇੱਕ ਦੂਜੇ ਨੂੰ ਮਿਲਦੇ ਹਾਂ, ਤੇ ਇੱਕ ਵਾਰੀ ਕੋਈ ਮਿਲੇ ਤੇ ਆਪਾਂ ਕਹਿੰਦਾ ਵੀ ਅੱਜ ਕੀ ਗੱਲ, ਤੁਸੀਂ ਠੀਕ ਨਹੀਂ ਹੋ, ਕਿ ਅੱਜ ਤੁਹਾਡੇ 'ਚ ਉਹ ਚਿਹਰੇ ਤੇ ਰੌਣਕ ਨਹੀਂ ਹੈਗੀ। ਇਸੇ ਤਰ੍ਹਾਂ ਕਹਿੰਦੇ ਹਨ ਕਿ ਜਿਸ ਦਾ ਜੀਵਨ ਸਾਥੀ ਬੇਬੇ ਨਾਨਕੀ ਹੋਵੇ, ਇੰਨੀ ਰੰਗੀ ਰੂਹ, ਤੇ ਪਤਾ ਤਾਂ ਲੱਗਣਾ ਹੀ ਸੀ। ਕਹਿੰਦੇ ਵੀ ਇਸ ਤਰ੍ਹਾਂ ਕਰਕੇ ਨਿਸ ਦਿਨ ਰਾਤ ਕਹਿੰਦੇ ਲੰਘ ਗਏ, ਔਰ ਕਹਿੰਦੇ ਹਨ ਕਿ ਬਸ ਕਿਸੇ ਨਾ ਘੱਟ ਬੋਲਦੇ ਤੇ ਬੇਨਤੀ ਕਰਦੇ ਪ੍ਰਮਾਤਮਾ ਵਾਹਿਗੁਰੂ ਅੱਗੇ। ਹਾਂਜੀ ਕਹਿੰਦੇ ਆਪਣੇ ਅੰਦਰ ਕੋਈ ਪਛਤਾਵਾ ਜਿਹਾ ਸਤਾਈ ਜਾ ਰਿਹਾ ਹੈ, ਕੋਈ ਹਿਰਦੇ ਦੇ ਵਿੱਚ ਚੀਜ਼ ਜਿਹੜੀ ਹੈ ਟਿਕ ਟਿਕ ਕਰ ਰਹੀ ਹੈ। ਜਿਸ ਤਰ੍ਹਾਂ ਸੂਲ ਟੁੱਟ ਜੇ ਨਾ ਵਿੱਚ ਪੈਰ ਦੇ, ਤੇ ਬਾਹਰੋਂ ਨਿਕਲ ਜੇ ਤੇ ਉਹ ਫਿਰ ਚਸਕ ਨਹੀਂ ਛੱਡਦੀ ਆਪਣੀ। ਇਸੇ ਤਰ੍ਹਾਂ ਜਿਹੜੀ ਅੰਦਰ ਸੱਟ ਲੱਗਦੀ ਬੰਦੇ ਦੀ, ਉਹ ਦੀਦੀ ਨਹੀਂ, ਪਰ ਅੰਦਰੇ ਅੰਦਰ ਸਤਾਉਂਦੀ ਹੈ, ਅੰਦਰੇ ਅੰਦਰ ਬੰਦੇ ਨੂੰ ਖਾਈ ਜਾਂਦੀ ਹੈ। ਹੁਣ ਕਈਆਂ ਨੂੰ ਆਪਾਂ ਕਹੀਦਾ ਦੱਸਦੇ ਨਹੀਂ ਆ, ਪਰ ਸ਼ਕਲ ਤੋਂ ਪਤਾ ਲੱਗ ਜਾਂਦਾ ਵੀ
ਇਹ ਕਿਸੇ ਗੱਲੋਂ ਝੁਰ ਰਿਹਾ ਵੀ ਇਹਦਾ ਦਿਨੋਂ ਦਿਨੀ ਕੰਮ ਡਾਊਨ ਹੁੰਦਾ ਜਾਂਦਾ, ਕਿਉਂਕਿ ਚਿਖਾ ਤੇ ਚਿੰਤਾ ਦੋ ਚੀਜ਼ਾਂ ਇੱਦਾਂ ਦੀਆਂ ਜਿਹੜੀਆਂ ਛੇਤੀ ਸਵਾਹ ਕਰ ਦਿੰਦੀਆਂ ਬੰਦੇ ਨੂੰ। ਤਾਂ ਹੀ ਮਹਾਰਾਜ ਦੀ ਬਾਣੀ ਕਹਿੰਦੀ ਨਾਨਕ ਚਿੰਤਾ ਮਤ ਕਰੋ। ਐਵੇਂ ਨਾ ਚਿੰਤਾ ਕਰਿਆ ਕਰ, ਜੋ ਤੇਰੇ ਮੁਕੱਦਰਾਂ 'ਚ ਆਪ ਮਿਲੂ, ਤੇ ਜਿਹੜਾ ਤੇਰੇ ਨਹੀਂ ਜੋ ਮਰਜ਼ੀ ਕਰ ਲਾ, ਜਿੱਥੇ ਮਰਜ਼ੀ ਭਾਵੇਂ ਸਾਰੀਆਂ ਸਰਕਾਰਾਂ ਇਕੱਠੀਆਂ ਕਰ ਲਾ, ਤੈਨੂੰ ਨਹੀਂ ਦਵਾ ਸਕਦੀਆਂ, ਕਿਉਂਕਿ ਜੋ ਤੈਨੂੰ ਲਿਖਿਆ ਤੈਨੂੰ ਚੱਲ ਕੇ ਮਿਲੂ ਆ ਕੇ। ਤੋ ਇਸ ਕਰਕੇ ਜਿਸ ਤਰ੍ਹਾਂ ਕਿਸੇ ਨੇ ਆਖਿਆ ਸੀ ਵੀ ਬਾਣੀ ਕਹਿੰਦੀ ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ। ਸੱਚ ਹੈ। ਇਹਦੇ ਪੁਰਾਣੇ ਸਮੇਂ ਦੀ ਗੱਲ ਹੈ, ਕਿਸੇ ਨੇ ਨਾ ਦਾਣੇ ਚੱਬ ਰਿਹਾ ਸੀ ਤੇ ਏਦਾਂ ਫੱਕਾ ਮਾਰਿਆ ਤੇ ਇੱਕ ਦਾਣਾ ਨੱਕ ਦੇ ਵਿੱਚ ਚਲੇ ਗਿਆ ਤੇ ਉਹ ਤਾਂ ਚੜ ਗਿਆ। ਤੇ ਉਹ ਉਦੋਂ ਇੰਨੀ ਟੈਕਨੋਲੋਜੀ ਨਹੀਂ ਸੀ, ਉਦੋਂ ਵੈਦ ਹੁੰਦੇ ਸੀ, ਪੁੜੀਆਂ ਪੜੀਆਂ, ਆਪਰੇਟ ਨਹੀਂ ਸੀ ਹੈਗੇ। ਹੁਣ ਤਾਂ ਬੰਦਾ ਖੋਲ ਕੇ ਫੇਰ ਬੰਦ ਕਰ ਦਿੰਦੇ ਡਾਕਟਰ।